हाँ जी बेटे, ਆਪਾਂ ਜਿਹੜਾ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਉਹ ਹੈ ਨਿਰਦੇਸ਼ਨ ਜਾਂ ਡਾਇਰੈਕਟਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਆਪਾਂ ਕਾਫੀ ਚੈਪਟਰ ਪਹਿਲੇ ਕਰ ਚੁੱਕੇ ਹਾਂ। ਪ੍ਰਬੰਧਨ ਜਾਂ ਮੈਨੇਜਮੈਂਟ ਕੀ ਹੈ? ਆਪਣੇ ਤੋਂ ਨੀਚੇ ਕੰਮ ਕਰ ਰਹੇ ਜਿਹੜੇ ਸਬਆਰਡੀਨੇਟਸ ਨੇ ਜਾਂ ਜਿਹੜੇ ਇੰਪਲੋਈਜ਼ ਨੇ, ਉਹਨਾਂ ਤੋਂ ਕੰਮ ਕਰਵਾਉਣ ਦੀ ਕਲਾ ਨੂੰ ਆਪਾਂ ਮੈਨੇਜਮੈਂਟ ਕਹਿੰਦੇ ਹਾਂ। ਮੈਨੇਜਮੈਂਟ ਦੀ ਇਸ ਪ੍ਰੋਸੈਸ ਦੇ ਅੰਡਰ ਜਿਹੜੇ ਕੰਮ ਆਉਂਦੇ ਨੇ, ਸਭ ਤੋਂ ਪਹਿਲਾ ਕੰਮ ਹੁੰਦਾ ਪਲੈਨਿੰਗ, ਫਿਰ ਆਰਗੇਨਾਈਜ਼ਿੰਗ, ਫਿਰ ਉਸ ਤੋਂ ਬਾਅਦ ਸਟਾਫਿੰਗ। ਇਹ ਤਿੰਨ ਕੰਮ ਹੋ ਜਾਣ ਤੋਂ ਬਾਅਦ ਜਿਹੜਾ ਆਪਣਾ ਕੰਮ ਆਉਂਦਾ ਹੈ ਉਹ ਹੈ ਡਾਇਰੈਕਟਿੰਗ। ਵੇਖੋ, ਪਲੈਨਿੰਗ ਦੇ ਵਿੱਚ ਆਪਾਂ ਅਜੇ ਤੱਕ ਕੋਈ ਕੰਮ ਨਹੀਂ ਕੀਤਾ, ਸਿਰਫ ਪਲਾਨ ਕੀਤਾ। ਆਰਗੇਨਾਈਜ਼ਿੰਗ ਦੇ ਵਿੱਚ ਆਪਾਂ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਆਪਾਂ ਸਾਰੇ ਵਿਭਾਗਾਂ ਨੂੰ ਵੰਡ ਦਿੱਤਾ ਔਰ ਇੱਕ ਸੈਟਅਪ ਬਣਾ ਲਿਆ ਕੰਮ ਕਰਨ ਦਾ। ਕੰਮ ਅਜੇ ਵੀ ਨਹੀਂ ਕੀਤਾ। ਉਸ ਤੋਂ ਬਾਅਦ ਆ ਗਿਆ ਸਟਾਫਿੰਗ ਦੇ ਵਿੱਚ ਆਪਾਂ ਉਸ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਸਤੇ ਨਿਯੁਕਤੀਆਂ ਕਰ ਦਿੱਤੀਆਂ, ਪਰ ਕੰਮ ਹਜੇ ਵੀ ਆਪਣਾ ਸ਼ੁਰੂ ਨਹੀਂ ਹੋਇਆ। ਕੰਮ ਅਸਲ ਕਿੱਥੇ ਸ਼ੁਰੂ ਹੁੰਦਾ ਹੈ? ਨਿਰਦੇਸ਼ਨ ਤੇ। ਨਿਰਦੇਸ਼ਨ ਦੇ ਵਿੱਚ ਹੀ ਨਿਰਦੇਸ਼ ਦਿੱਤੇ ਜਾਂਦੇ ਹਨ ਵੀ ਕੀ ਕੰਮ ਕਰਨਾ ਹੈ, ਕਿਹੜੇ ਵਿਅਕਤੀ ਨੇ ਕੀ ਕੰਮ ਕਰਨਾ ਹੈ, ਕਿਵੇਂ ਕਰਨਾ ਹੈ, ਤਾਂ ਕਿ ਜਿਹੜੇ ਆਪਣੇ ਸੰਗਠਨ ਦੇ ਜਾਂ ਆਰਗੇਨਾਈਜੇਸ਼ਨ ਦੇ ਜਿਹੜੇ ਉਦੇਸ਼ ਨੇ, ਆਬਜੈਕਟਿਵਸ ਨੇ, ਉਹਨਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਉਹਨਾਂ ਦੀ ਪ੍ਰਾਪਤੀ ਲਈ ਨਿਰਦੇਸ਼ ਦਿੱਤੇ ਜਾਂਦੇ ਹਨ। ਕਿਹਨਾਂ ਦੁਆਰਾ? ਪ੍ਰਬੰਧਕਾਂ ਦੁਆਰਾ। ਨਿਰਦੇਸ਼ਨ ਰਾਹੀਂ ਕਰਮਚਾਰੀਆਂ ਨੂੰ ਪ੍ਰਬੰਧਕਾਂ ਤੋਂ ਮਾਰਗਦਰਸ਼ਨ ਯਾਨੀ ਗਾਈਡੈਂਸ ਅਤੇ ਅਗਵਾਈ ਯਾਨੀ ਲੀਡਰਸ਼ਿਪ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਨਿਰਦੇਸ਼ਨ ਦੀ ਪ੍ਰੋਸੈਸ ਦੇ ਅੰਡਰ ਜਿਹੜੇ ਮੈਨੇਜਮੈਂਟ ਦੁਆਰਾ ਕਰਮਚਾਰੀਆਂ ਦੀਆਂ ਗਤੀਵਿਧੀਆਂ ਅਤੇ ਕਾਰਜਾਂ ਦਾ ਨਿਰੀਖਣ ਵੀ ਕੀਤਾ ਜਾਂਦਾ ਹੈ, ਯਾਨੀ ਸੁਪਰਵਿਜ਼ਨ ਵੀ ਕੀਤੀ ਜਾਂਦੀ ਹੈ। ਇਹ ਨਹੀਂ ਵੀ ਕੰਮ ਦੱਸ ਦਿੱਤਾ ਤੇ ਉਹਨੂੰ ਸੁਪਰਵਾਈਜ਼ ਨਹੀਂ ਕਰਨਾ, ਉਹਨੂੰ ਸਮੇਂ-ਸਮੇਂ ਤੇ ਸੁਪਰਵਾਈਜ਼ ਕੀਤਾ ਜਾਂਦਾ, ਲੋੜ ਪੈਣ ਤੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ, ਤਾਂ ਕਿ ਕਰਮਚਾਰੀ ਆਪਣੀ ਫੁੱਲ ਐਫੀਸ਼ੀਐਂਸੀ ਦੇ ਨਾਲ ਕੰਮ ਕਰਨ, ਤਾਂ ਕਿ ਜਿਹੜੇ ਆਪਣੇ ਡਿਜ਼ਾਇਰਡ ਉਦੇਸ਼ ਨੇ ਉਹਨਾਂ ਦੀ ਪ੍ਰਾਪਤੀ ਹੋ ਸਕੇ। ਨਿਰਦੇਸ਼ਨ ਦੀ ਸਾਰੀ ਪ੍ਰਕਿਰਿਆ ਵਿੱਚ ਕਮਿਊਨੀਕੇਸ਼ਨ ਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਹੈ, ਕਿਉਂਕਿ ਕਮਿਊਨੀਕੇਸ਼ਨ ਦੇ ਰਾਹੀਂ ਹੀ ਆਪਾਂ ਆਪਣੇ ਸਬਆਰਡੀਨੇਟਸ ਨੂੰ ਸਾਰਾ ਕੁਝ ਦੱਸਦੇ ਹਾਂ ਵੀ ਕਿਵੇਂ ਕੰਮ ਕੀਤਾ ਜਾਣਾ ਹੈ, ਕੀ ਕੰਮ ਕੀਤਾ ਜਾਣਾ ਹੈ ਔਰ ਤੁਸੀਂ ਕੀ ਕੰਮ ਕਰਨਾ ਹੈ। ਆਪਣੇ ਜਿਹੜੇ ਆਰਗੇਨਾਈਜੇਸ਼ਨ ਹੈ ਇਹਦੇ ਵਿੱਚ ਆਪਣਾ ਉਦੇਸ਼ ਕੀ ਹੈ, ਉਸ ਉਦੇਸ਼ ਦੀ ਕਿਵੇਂ ਪ੍ਰਾਪਤੀ ਕਰਨੀ ਹੈ। ਯਾਨੀ ਨਿਰਦੇਸ਼ਨ ਜਿਹੜਾ ਹੈ ਉਹ ਸਭ ਤੋਂ ਮਹੱਤਵਪੂਰਨ ਪਾਰਟ ਹੈ, ਪ੍ਰੋਸੈਸ ਹੈ। ਇਹ ਇੱਕ ਬਹੁਪੱਖੀ ਪ੍ਰਕਿਰਿਆ ਹੈ ਜਿਹਦੇ ਅੰਡਰ ਇਹ ਸਾਰੀਆਂ ਕੰਮ ਕੀਤੇ ਜਾਂਦੇ ਹਨ। ਬੇਟੇ, ਜੇ ਆਪਾਂ ਧਿਆਨ ਮਾਰੀਏ ਪਿਛਲੇ ਸਾਲਾਂ ਵਿੱਚ ਆਏ ਹੋਏ ਪ੍ਰਸ਼ਨਾਂ ਤੇ, ਤਾਂ ਇਹਦੇ ਵਿੱਚ ਤੁਹਾਨੂੰ ਕੀ ਪ੍ਰਸ਼ਨ ਪੁੱਛੇ ਜਾ ਸਕਦੇ ਹਨ? ਯਾਨੀ ਜਿਵੇਂ ਪ੍ਰਸ਼ਨ ਹੈਗੇ ਨੇ, ਇਹਦੇ ਵਿੱਚ ਛੋਟੇ ਪ੍ਰਸ਼ਨ ਵੀ ਆਉਂਦੇ ਹਨ, ਇਹਦੇ 'ਚ ਇੱਕ ਨੰਬਰ ਤੇ ਪ੍ਰਸ਼ਨ ਵੀ ਕਈ ਵਾਰੀ ਆਉਂਦੇ ਹਨ। ਜਿਵੇਂ ਪ੍ਰਸ਼ਨ ਹੈ, ਪ੍ਰਬੰਧਨ ਦੇ ਸਾਰੇ ਹੀ ਪੱਧਰਾਂ ਤੇ ਕੀ ਨਿਰਦੇਸ਼ਨ ਮਹੱਤਵਪੂਰਨ ਹੁੰਦਾ ਹੈ? ਕੀ ਨਿਰਦੇਸ਼ਨ ਪ੍ਰਬੰਧਨ ਦਾ ਇੱਕ ਵਿਵਹਾਰਕ ਪੱਖ ਹੈ? ਕੀ ਨਿਰਦੇਸ਼ਨ ਪ੍ਰਬੰਧਕ ਪ੍ਰਕਿਰਿਆ ਦਾ ਇੱਕ ਦਿਲ ਦੇ ਤੌਰ ਤੇ ਕੰਮ ਕਰਦਾ ਹੈ? ਇਸ ਤਰ੍ਹਾਂ ਦੇ ਛੋਟੇ ਪ੍ਰਸ਼ਨ ਪਿਛਲੇ ਸਾਲਾਂ 'ਚ ਆਏ ਹਨ। ਜਿਵੇਂ ਹੋਰ ਜਿਹੜੇ 2-2 ਨੰਬਰ ਵਾਲੇ ਪ੍ਰਸ਼ਨ ਆਉਂਦੇ ਹਨ, ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਡਿਫਾਈਨ ਨਿਰਦੇਸ਼ਨ, ਡਿਫਾਈਨ ਡਾਇਰੈਕਟਿੰਗ ਹੁੰਦਾ ਕੀ ਹੈ। ਜਿਵੇਂ ਇਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਇਸ ਦੇ ਫੀਚਰਸ ਕੀ ਹਨ, ਜਾਂ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ, ਜਾਂ ਇਸ ਦਾ ਸਰੂਪ ਕੀ ਹੋ ਸਕਦਾ ਹੈ। ਜਾਂ ਇਹ ਪੁੱਛਿਆ ਜਾ ਸਕਦਾ ਹੈ ਨਿਰਦੇਸ਼ਨ ਪ੍ਰਬੰਧਨ ਲਈ ਕਿਉਂ ਮਹੱਤਵਪੂਰਨ ਹੁੰਦਾ ਹੈ, ਇਸ ਦੇ 4 ਕਾਰਨ ਦੱਸੋ, ਜਾਂ 5 ਕਾਰਨ ਦੱਸੋ, ਜਾਂ 6 ਕਾਰਨ ਦੱਸੋ। ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ। ਮਹੱਤਵਪੂਰਨ ਦਾ ਮਤਲਬ ਇਹਦੀ ਲੋੜ ਕਿਉਂ ਹੈ, ਇੰਪੋਰਟੈਂਸ ਪੁੱਛੀ। ਕਈ ਵਾਰੀ ਪ੍ਰਸ਼ਨ ਘੁੰਮ ਕੇ ਆਉਂਦਾ ਹੈ, ਕਈ ਵਾਰੀ ਤਾਂ ਬਿਲਕੁਲ ਸਿੱਧਾ ਹੀ ਪ੍ਰਸ਼ਨ ਬਣ ਜਾਂਦਾ ਹੈ ਨਿਰਦੇਸ਼ਨ ਦੇ ਇੰਪੋਰਟੈਂਸ ਕੀ ਹੈ। ਕਈ ਵਾਰੀ ਤਾਂ ਸਿੱਧਾ ਪੁੱਛ ਲਿਆ, ਕਈ ਵਾਰੀ ਘੁਮਾ ਕੇ ਥੋੜਾ ਪ੍ਰਸ਼ਨ ਆ ਜਾਂਦਾ ਹੈ ਨਿਰਦੇਸ਼ਨ ਪ੍ਰਬੰਧਨ ਲਈ ਮਹੱਤਵਪੂਰਨ ਕਿਉਂ ਹੈ, ਇਸ ਦੇ 4 ਕਾਰਨ ਲਿਖੋ। ਗੱਲ ਇੱਕੋ ਹੀ ਹੈ, ਕਈ ਵਾਰੀ ਘੁਮਾ ਕੇ ਪੁੱਛ ਲਿਆ ਜਾਂਦਾ ਹੈ। ਨਿਰਦੇਸ਼ਨ ਅਤੇ ਨਿਰੀਖਣ ਵਿੱਚ ਅੰਤਰ ਦੱਸੋ, ਯਾਨੀ ਡਿਫਾਈਨ
ਜਾਂ ਡਿਫਰੈਂਸ਼ੀਏਟ ਬਿਟਵੀਨ ਡਾਇਰੈਕਸ਼ਨ ਐਂਡ ਸੁਪਰਵਿਜ਼ਨ। ਯਾਨੀ ਉਹਨਾਂ ਚਾਰਾਂ ਤੱਤਾਂ ਚੋਂ ਇੱਕ ਤੱਤ ਹੁੰਦਾ ਹੈ ਸੁਪਰਵਿਜ਼ਨ ਦਾ। ਕਈ ਵਾਰੀ ਜਿਹੜੇ ਚਾਰ ਤੱਤ ਆਪਾਂ ਇੱਥੇ ਡਿਸਕਸ ਕਰਾਂਗੇ ਡਾਇਰੈਕਸ਼ਨ ਦੇ, ਉਹਨਾਂ ਦੇ ਵਿੱਚੋਂ ਇੱਕ ਤੱਤ ਹੁੰਦਾ ਸੁਪਰਵਿਜ਼ਨ, ਤਾਂ ਉਹਦੇ ਬਾਰੇ ਕਈ ਵਾਰੀ ਪੁੱਛ ਲਿਆ ਜਾਂਦਾ। ਤਾਂ ਬੇਟੇ ਇਸ ਤਰ੍ਹਾਂ ਦੇ ਪ੍ਰਸ਼ਨ ਤੁਹਾਨੂੰ ਪੁੱਛੇ ਜਾਂਦੇ ਹਨ, ਉਹਨਾਂ ਦੇ ਅਕੋਰਡਿੰਗ ਹੀ ਆਪਾਂ ਤਿਆਰੀ ਕਰਨੀ ਹੈ। ਤਾਂ ਜਿਵੇਂ ਆਪਾਂ ਪਹਿਲਾ ਪ੍ਰਸ਼ਨ ਲੈ ਲਈਏ ਵੀ ਡਿਫਾਈਨ ਨਿਰਦੇਸ਼ਨ ਜਾਂ ਡਿਫਾਈਨ ਡਾਇਰੈਕਟਿੰਗ, ਤਾਂ ਉਹਦੇ ਵਿੱਚ ਕੀ ਆਏਗਾ, ਨਿਰਦੇਸ਼ਨ ਤੋਂ ਭਾਵ ਹੈ, ਡਾਇਰੈਕਸ਼ਨ ਤੋਂ ਭਾਵ ਹੈ, ਡਾਇਰੈਕਟਿੰਗ ਤੋਂ ਭਾਵ ਹੈ ਕਰਮਚਾਰੀਆਂ ਨੂੰ ਜਦੋਂ ਪ੍ਰਬੰਧਨ ਦੁਆਰਾ ਮਾਰਗਦਰਸ਼ਨ ਦਿੱਤਾ ਜਾਣਾ, ਹਦਾਇਤਾਂ ਦਿੱਤੀਆਂ ਜਾਣੀਆਂ। ਇਹ ਇੱਕ ਬਹੁਪੱਖੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਜਿਹੜੇ ਮੈਨੇਜਮੈਂਟ ਦੇ ਉੱਚ ਅਧਿਕਾਰੀ ਨੇ ਉਹ ਆਪਣੇ ਹੇਠਾਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਾਰਗਦਰਸ਼ਨ ਦਿੰਦੇ ਹਨ, ਸਲਾਹ ਦਿੰਦੇ ਹਨ, ਹਦਾਇਤਾਂ ਦਿੰਦੇ ਹਨ ਕਿ ਤੁਸੀਂ ਇਹ ਕੰਮ ਕਰਨਾ ਹੈ, ਅਤੇ ਉਹਨਾਂ ਕਾਰਜਾਂ ਅਤੇ ਗਤੀਵਿਧੀਆਂ ਦਾ ਲੋੜ ਪੈਣ ਤੇ ਸਮੇਂ-ਸਮੇਂ ਤੇ ਨਿਰੀਖਣ ਵੀ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਆਪਣੀ ਕਾਰਜ ਕੁਸ਼ਲਤਾ ਦੇ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ, ਤਾਂ ਕਿ ਸੰਗਠਨ ਦੇ ਉਦੇਸ਼ਾਂ ਦੀ ਸਫਲਤਾਪੂਰਵਕ ਪ੍ਰਾਪਤੀ ਕੀਤੀ ਜਾ ਸਕੇ। ਇਸ ਸਾਰੀ ਪ੍ਰਕਿਰਿਆ ਦੇ ਵਿੱਚ ਪ੍ਰਭਾਵੀ ਸੰਚਾਰ ਜਿਹੜਾ ਹੈ, ਕਮਿਊਨੀਕੇਸ਼ਨ ਜਿਹੜਾ ਹੈ, ਉਸ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਕੋਟਨਸ ਤੇ ਓਡੋਨਿਲ ਦੀ ਜਿਹੜੀ ਡੈਫੀਨੇਸ਼ਨ ਹੈ, ਡਾਇਰੈਕਸ਼ਨ ਇਜ਼ ਦਾ ਐਗਜ਼ੀਕਿਊਟਿਵ ਫੰਕਸ਼ਨ ਆਫ ਗਾਈਡਿੰਗ ਐਂਡ ਅਬਜ਼ਰਵਿੰਗ ਸਬੋਰਡੀਨੇਟਸ। ਯਾਨੀ ਇਹ ਕੀ ਕਹਿੰਦਾ ਹੈ, ਇਹ ਕਹਿੰਦਾ ਹੈ ਡਾਇਰੈਕਸ਼ਨ ਕੀ ਹੈ, ਪ੍ਰਬੰਧਨ ਦੁਆਰਾ ਆਪਣੇ ਹੇਠਾਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਾਰਗਦਰਸ਼ਨ ਦੇਣਾ ਅਤੇ ਉਹਨਾਂ ਦੇ ਕੰਮ ਨੂੰ ਆਬਜ਼ਰਵ ਕਰਨਾ, ਨਿਰੀਖਣ ਕਰਨਾ। ਇਸੇ ਤਰ੍ਹਾਂ ਜਿਹੜੀ ਥਿਊ ਦਾ ਜਿਹੜੀ ਡੈਫੀਨੇਸ਼ਨ ਹੈ ਉਹਦੇ ਵਿੱਚ ਕੀ ਹੈ, ਡਾਇਰੈਕਟਿੰਗ ਕੰਸਿਸਟਸ ਆਫ ਦਾ ਪ੍ਰੋਸੈਸ ਐਂਡ ਟੈਕਨੀਕਸ ਯੂਟਿਲਾਈਜ਼ਡ in issuing instructions and making certain that operations are carried out as originally planned। ਯਾਨੀ ਇਹਦੇ ਵਿੱਚ ਇਹ ਹੈ ਜਿਹੜੀ ਥਿਊਮਨ ਨੇ ਡੈਫੀਨੇਸ਼ਨ ਦਿੱਤੀ ਹੈ ਵੀ ਨਿਰਦੇਸ਼ਨ ਇੱਕ ਅਜਿਹੀ ਪ੍ਰਕਿਰਿਆ ਹੈ ਜਾਂ ਅਜਿਹੀਆਂ ਤਕਨੀਕਾਂ ਦਾ ਸਮੂਹ ਹੈ ਜਿਸ ਦਾ ਪ੍ਰਯੋਗ ਹਦਾਇਤਾਂ ਦੇਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਕੰਮ ਨੂੰ ਪਲਾਨ ਕੀਤਾ ਗਿਆ ਸੀ ਉਸੇ ਤਰ੍ਹਾਂ ਕੰਮ ਹੋ ਰਿਹਾ ਹੈ। ਜੇ ਉਸ ਤਰ੍ਹਾਂ ਕੰਮ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਜਿਹੜੀ ਪਲੈਨਿੰਗ ਕੀਤੀ ਗਈ ਸੀ ਉਹਦੇ ਅਕੋਰਡਿੰਗ ਜੇ ਕੰਮ ਨਹੀਂ ਹੋ ਰਿਹਾ ਤਾਂ ਇਟ ਮੀਨਸ ਕਿਤੇ ਨਾ ਕਿਤੇ ਕਮੀ ਆ ਰਹੀ ਹੈ। ਤਾਂ ਨਿਰਦੇਸ਼ਨ ਦਾ ਇਹ ਕੰਮ ਜਾਂ ਨਿਰਦੇਸ਼ਨ ਦਾ ਇਹ ਪਾਰਟ ਬਣਦਾ ਹੈ ਕਿ ਉਸ ਕੰਮ ਨੂੰ ਚੰਗੀ ਤਰ੍ਹਾਂ ਕਰਵਾਵੇ। ਇੱਕ ਹੋਰ ਡੈਫੀਨੇਸ਼ਨ ਹੈ ਅਰਨਸਟ ਡੈਲ ਦੀ, ਜਿਹਦੇ ਵਿੱਚ ਕੀ ਹੈ, ਡਾਇਰੈਕਟਿੰਗ ਇਜ਼ ਟੈਲਿੰਗ ਪੀਪਲ ਵਾਟ ਟੂ ਡੂ ਐਂਡ ਸੀਇੰਗ ਦੈਟ ਦੇ ਡੂ ਇਟ ਟੂ ਦ ਬੈਸਟ ਆਫ ਦੇਅਰ ਅਬਿਲਿਟੀ। ਯਾਨੀ ਡਾਇਰੈਕਸ਼ਨ ਇੱਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਕਿ ਜਿਹੜੇ ਮੁੱਖ ਪ੍ਰਬੰਧਕ ਨੇ ਜਾਂ ਮੈਨੇਜਰ ਨੇ ਕਿਸੇ ਵੀ ਆਰਗੇਨਾਈਜੇਸ਼ਨ ਦੇ, ਉਹਨਾਂ ਦੁਆਰਾ ਆਪਣੇ ਕਰਮਚਾਰੀਆਂ ਨੂੰ ਇਹ ਦੱਸਣਾ ਕਿ ਕੀ ਕੰਮ ਕਰਨਾ ਹੈ ਔਰ ਫਿਰ ਇਹ ਦੇਖਣਾ ਕਿ ਉਹ ਆਪਣੀ ਪੂਰੀ ਯੋਗਤਾ ਦੇ ਨਾਲ ਉਸ ਕੰਮ ਨੂੰ ਬੜੇ ਵਧੀਆ ਢੰਗ ਨਾਲ ਕਰ ਰਹੇ ਹਨ ਕਿ ਨਹੀਂ ਕਰ ਰਹੇ। ਜੇ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਗਾਈਡ ਕਰਨਾ। ਤਾਂ ਇਹ ਹੈ ਨਿਰਦੇਸ਼ਨ। ਤਾਂ ਇਸ ਤਰ੍ਹਾਂ ਬੇਟੇ ਆਪਾਂ ਇਸ ਚੀਜ਼ ਨੂੰ ਕਰ ਸਕਦੇ ਹਾਂ, ਡਿਫਾਈਨ ਕਰ ਸਕਦੇ ਹਾਂ। ਯਾਨੀ ਪਹਿਲਾਂ ਉਹਦੇ ਬਾਰੇ ਦੱਸਣਾ, ਫਿਰ ਉਸ ਤੋਂ ਬਾਅਦ ਉਹਦੀਆਂ 2-3 ਡੈਫੀਨੇਸ਼ਨਸ ਦੇ ਦੇਣੀਆਂ। ਹੁਣ ਅੱਗੇ ਆ ਗਈ ਬੇਟੇ ਵਿਸ਼ੇਸ਼ਤਾਵਾਂ, ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸਰੂਪ ਕੀ ਹੈ, ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਇਹਦੇ ਫੀਚਰਸ ਕੀ ਹਨ ਜਾਂ ਕਰੈਕਟਰਿਸਟਿਕਸ ਕੀ ਹਨ। ਹੁਣ ਨਿਰਦੇਸ਼ਨ ਹੁੰਦਾ ਕੀ ਹੈ, ਹਰ ਪ੍ਰਬੰਧਕੀ ਪੱਧਰ ਤੇ ਮੌਜੂਦ ਹੁੰਦਾ ਹੈ। ਜਿਵੇਂ ਕਿ ਵੇਖੋ ਤੁਹਾਨੂੰ ਪਹਿਲੇ ਪ੍ਰਸ਼ਨ ਪੁੱਛਿਆ ਗਿਆ ਸੀ, ਟੌਪ ਲੈਵਲ ਤੇ ਵੀ, ਮੀਡੀਅਮ ਲੈਵਲ ਤੇ ਵੀ ਔਰ ਲੋਅਰ ਲੈਵਲ ਤੇ ਵੀ। ਨਿਰਦੇਸ਼ਨ ਦਾ ਕਾਰਜ ਹਰ ਪ੍ਰਬੰਧਕੀ ਪੱਧਰ ਤੇ ਕੀਤਾ ਜਾਂਦਾ ਹੈ। ਕਿਸੇ ਵੀ ਸੰਗਠਨ ਵਿੱਚ ਹਰ ਪੱਧਰ ਤੇ ਪ੍ਰਬੰਧਕਾਂ ਦੁਆਰਾ ਆਪਣੇ ਮਤਹਿਤ ਯਾਨੀ ਸਬਆਰਡੀਨੇਟਸ ਨੀਚੇ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਮਾਰਗਦਰਸ਼ਨ ਅਤੇ ਨਿਰੀਖਣ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਤਾਂ ਇਹ ਮੈਨੇਜਮੈਂਟ ਦੇ ਹਰ ਪੱਧਰ ਦੇ ਉੱਪਰ ਮੌਜੂਦ ਹੁੰਦਾ ਹੈ। ਕਾਰਜ ਦੀ ਸ਼ੁਰੂਆਤ, ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਇਨੀਸ਼ੀਏਸ਼ਨ ਆਫ ਐਕਸ਼ਨ ਤਾਂ ਇੱਥੇ ਹੀ ਆ ਕੇ ਸ਼ੁਰੂ ਹੁੰਦਾ। ਵੇਖੋ ਪਹਿਲੇ ਤਾਂ ਪਲੈਨਿੰਗ ਹੁੰਦੀ ਹੈ, ਫਿਰ ਪਲੈਨਿੰਗ ਤੋਂ ਬਾਅਦ ਆਪਣਾ ਦੂਜਾ ਕੰਮ ਹੈ ਆਰਗੇਨਾਈਜ਼ਿੰਗ,
ਆਰਗੇਨਾਈਜ਼ ਕੀਤਾ ਜਾਂਦਾ ਹੈ, ਪੂਰਾ ਅਲੱਗ-ਅਲੱਗ ਡਿਪਾਰਟਮੈਂਟਸ ਬਣਾ ਦਿੱਤੇ ਜਾਂਦੇ ਹਨ। ਉਸ ਤੋਂ ਬਾਅਦ ਉਹਨਾਂ ਵਿੱਚ ਸਟਾਫਿੰਗ ਯਾਨੀ ਸਟਾਫ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਅਸਲ ਕੰਮ ਜਿਹੜਾ ਹੈ ਉਹ ਪ੍ਰੋਡਕਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਕਿਸੇ ਵੀ ਫੈਕਟਰੀ 'ਚ, ਕਿਸੇ ਵੀ ਅਦਾਰੇ ਦੇ ਵਿੱਚ ਜਿਹੜਾ ਪ੍ਰੋਡਕਟਿਵ ਕੰਮ ਹੈ ਉਹ ਇੱਥੇ ਹੀ ਆ ਕੇ ਸ਼ੁਰੂ ਹੁੰਦਾ ਹੈ, ਜਦੋਂ ਕਿ ਉਹਨਾਂ ਨੂੰ ਕੰਮ ਕਰਨ ਬਾਰੇ ਦੱਸਿਆ ਜਾਂਦਾ ਹੈ ਵੀ ਆਹ ਕੰਮ ਕਰਨਾ ਹੈ, ਆਪਣਾ ਆਹ ਆਪਣੇ ਉਦੇਸ਼ ਹਨ, ਇਹਨਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ ਔਰ ਇਸ ਤਰ੍ਹਾਂ ਕਰਨੀ। ਨਿਰੰਤਰ ਪ੍ਰੋਸੈਸ, ਰੈਗੂਲਰ ਕੰਟੀਨਿਊਸ ਪ੍ਰੋਸੈਸ। ਵੇਖੋ ਕੀ ਐਵੇਂ ਹੋ ਸਕਦਾ ਵੀ ਆਪਾਂ ਇੱਕ ਵਾਰੀ ਕੰਮ ਕਰਨ ਵਾਸਤੇ ਦੱਸ ਦਿੱਤਾ ਤੇ ਉਸ ਤੋਂ ਬਾਅਦ ਸਾਰਾ ਸਾਲ ਉਹਨਾਂ ਨੂੰ ਚੈੱਕ ਹੀ ਨਾ ਕੀਤਾ ਜਾਂ ਸਾਰਾ ਮਹੀਨਾ ਦੇਖਿਆ ਹੀ ਨਾ? ਨਹੀਂ, ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ ਜਿਹੜਾ ਕਿ ਸਾਰਾ ਸਾਲ ਚੱਲਦਾ ਰਹਿੰਦਾ ਹੈ ਔਰ ਲਗਾਤਾਰ ਚੱਲਦਾ ਰਹਿੰਦਾ ਹੈ। ਲਗਾਤਾਰ ਹੀ ਕੰਮਾਂ ਦਾ ਨਿਰੀਖਣ ਕੀਤਾ ਜਾਂਦਾ ਹੈ, ਲਗਾਤਾਰ ਹੀ ਉਹਨਾਂ ਨੂੰ ਅਗਵਾਈ ਦਿੱਤੀ ਜਾਂਦੀ ਹੈ, ਲਗਾਤਾਰ ਹੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਤਾਂ ਕਿ ਉਹ ਆਪਣੀ ਅਬਿਲਿਟੀ ਨੂੰ ਬੈਸਟ ਯੂਜ਼ ਕਰ ਸਕਣ। ਕਿਉਂਕਿ ਮਨੁੱਖਾਂ ਦੀ ਇਸ ਤਰ੍ਹਾਂ ਦੀ ਪ੍ਰਵਿਰਤੀ ਹੁੰਦੀ ਹੈ, ਕੰਮ ਕਰਦੇ ਕਰਦੇ ਉਹ ਫਿਰ ਢਿੱਲੇ ਪੈ ਜਾਂਦੇ ਹਨ। ਉਹਨਾਂ ਨੂੰ ਮੋਟੀਵੇਟ ਕਰਕੇ, ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਗਾਈਡ ਕਰਕੇ ਉਹਨਾਂ ਤੋਂ ਵੱਧ ਤੋਂ ਵੱਧ ਤੇ ਵਧੀਆ ਤੋਂ ਵਧੀਆ ਕੰਮ ਲੈਣ ਦਾ ਪ੍ਰੋਸੈਸ ਹੈ ਇਹ, ਕਿਉਂਕਿ ਇਹ ਕੰਟੀਨਿਊਸ ਪ੍ਰੋਸੈਸ ਹੈ। ਮਨੁੱਖੀ ਤੱਤਾਂ ਦਾ ਪ੍ਰਭਾਵ, ਜਿਵੇਂ ਕਿ ਤੁਸੀਂ ਵੀ ਦੇਖਦੇ ਹੋ, ਬੱਚੇ ਵੀ, ਜਿਵੇਂ ਆਪਾਂ ਜੇ ਬੱਚਿਆਂ 'ਚ ਹੀ ਲੈ ਲਈਏ ਤਾਂ ਜਿਵੇਂ ਬੱਚਿਆਂ ਨੂੰ ਵੀ ਲੋੜ ਪੈਣ ਤੇ ਆਪਾਂ ਸਾਰਾ ਸਾਲ, ਜਿਵੇਂ ਬੱਚੇ ਕੰਮ ਕਰਦੇ ਹਨ ਤਾਂ ਕੰਮ ਕਰਦਿਆਂ ਕਰਦਿਆਂ ਕੁਝ ਤਾਂ ਬੱਚੇ ਸਾਰਾ ਸਾਲ ਸੈਲਫ ਮੋਟੀਵੇਟਡ ਹੀ ਹੁੰਦੇ ਹਨ, ਸਾਰਾ ਸਾਲ ਹੀ ਬੜਾ ਵਧੀਆ ਕੰਮ ਕਰਦੇ ਰਹਿੰਦੇ ਹਨ, ਪਰ ਕੁਝ ਬੱਚੇ ਕਈ ਕਾਰਨਾਂ ਕਰਕੇ ਵਿੱਚੋਂ ਢਿੱਲੇ ਪੈ ਜਾਂਦੇ ਹਨ ਤਾਂ ਉਹਨਾਂ ਨੂੰ ਇੱਕ ਅਧਿਆਪਕ ਜਿਹੜਾ ਹੈ ਆਪਣੇ ਲੀਡਰਸ਼ਿਪ ਦੇ ਗੁਣਾਂ ਨਾਲ, ਆਪਣੇ ਮੋਟੀਵੇਸ਼ਨ ਦੇ ਢੰਗ ਨਾਲ, ਆਪਣੇ ਕੰਮ ਕਰਨ ਦੇ ਤਜਰਬੇ ਉਹਨਾਂ ਨਾਲ ਸਾਂਝੇ ਕਰਕੇ ਜਾਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਉਹਨੂੰ ਪ੍ਰੇਰਿਤ ਕਰਦਾ ਹੈ ਤਾਂ ਕਿ ਜਿਹੜੇ ਆਪਣੇ ਡਿਜ਼ਾਇਰਡ ਉਦੇਸ਼ ਹੁੰਦੇ ਹਨ ਬੱਚਿਆਂ ਦੇ ਕੀ ਹੁੰਦੇ ਹਨ ਵੀ ਵਧੀਆ ਨੰਬਰ ਲੈ ਕੇ ਆਪਣੀ ਕਲਾਸ ਨੂੰ ਕਰਨ, ਹਰ ਸਬਜੈਕਟ ਦੇ ਵਿੱਚ ਵਧੀਆ ਨੰਬਰ ਲੈਣ। ਤਾਂ ਇਸੇ ਤਰ੍ਹਾਂ ਹੀ ਇੱਕ ਜਿਹੜਾ ਮੈਨੇਜਰ ਹੈ ਜਾਂ ਜਿਹੜਾ ਇੱਕ ਸੁਪਰਵਾਈਜ਼ਰ ਹੈ ਜਾਂ ਜਿਹੜੀ ਪ੍ਰਬੰਧਕੀ ਕਮੇਟੀ ਹੈ, ਉਹ ਲਗਾਤਾਰ ਆਪਣੇ ਅੰਡਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮੋਟੀਵੇਟ ਕਰਦੀ ਰਹਿੰਦੀ ਹੈ ਤਾਂ ਕਿ ਉਹ ਆਪਣੀਆਂ ਕਮੀਆਂ ਪੇਸ਼ੀਆਂ ਹੋਣ ਦੇ ਬਾਵਜੂਦ ਵੀ ਆਪਣੀ ਅਬਿਲਿਟੀਜ਼ ਨੂੰ ਬੈਸਟ ਯੂਜ਼ ਕਰ ਸਕਣ। ਇਹ ਹਮੇਸ਼ਾ ਰਿਜ਼ਲਟ ਓਰੀਐਂਟਡ ਹੁੰਦਾ ਹੈ। ਨਿਰਦੇਸ਼ਨ ਜਿਹੜੀ ਹੈ ਇਹਦੀ ਪ੍ਰਕਿਰਿਆ ਜਾਂ ਇਹਦਾ ਪ੍ਰੋਸੈਸ ਜਿਹੜਾ ਹੈ ਹਮੇਸ਼ਾ ਰਿਜ਼ਲਟ ਓਰੀਐਂਟਡ ਹੁੰਦਾ ਹੈ, ਕਿਉਂਕਿ ਜੇ ਸੰਗਠਨ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਨਹੀਂ ਕਰ ਪਾਉਂਦਾ ਤਾਂ ਫਿਰ ਇਸ ਪ੍ਰਕਿਰਿਆ ਦਾ ਕੋਈ ਫਾਇਦਾ ਹੀ ਨਹੀਂ ਹੈ। ਉੱਪਰ ਤੋਂ ਹੇਠਾਂ ਵੱਲ ਪ੍ਰਵਾਹ, ਫਲੋ ਫਰਮ ਟੌਪ ਟੂ ਬਾਟਮ। ਨਿਰਦੇਸ਼ਨ ਜਿਹੜਾ ਹੈ, ਅਗਵਾਈ ਜਿਹੜੀ ਹੈ ਹਮੇਸ਼ਾ ਉੱਪਰ ਵਾਲੇ ਕਰਮਚਾਰੀਆਂ ਦੁਆਰਾ ਥੱਲੇ ਵਾਲੇ ਕਰਮਚਾਰੀਆਂ ਨੂੰ ਦਿੱਤੀ ਜਾਂਦੀ ਹੈ। ਯੂਨੀਵਰਸਲ ਪ੍ਰੋਸੈਸ ਹੈ, ਇਹ ਹਰ ਥਾਂ ਦੇ ਉੱਪਰ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਤਾਂ ਇਹ ਬੇਟੇ ਇਹਦੇ ਕੁਝ ਫੀਚਰਸ ਹਨ। ਤਾਂ ਇਸ ਤਰ੍ਹਾਂ ਆਪਾਂ ਅੱਗੇ ਜੇ ਆਪਾਂ ਚੱਲੀਏ ਤਾਂ ਨੈਕਸਟ ਜਿਹੜਾ ਪ੍ਰੋਸੈਸ ਹੈ, ਪ੍ਰਿੰਸੀਪਲਸ ਆਫ ਡਾਇਰੈਕਸ਼ਨ, ਯਾਨੀ ਕਿਸ ਤਰ੍ਹਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਨੇ ਅਪਣਾਏ ਜਾਂਦੇ ਨੇ, ਕਿਸ ਤਰ੍ਹਾਂ ਦੇ ਪ੍ਰਿੰਸੀਪਲਸ ਅਪਣਾਏ ਜਾਂਦੇ ਨੇ ਇਹਦੇ ਵਿੱਚ। ਪ੍ਰਿੰਸੀਪਲਸ ਆਫ ਮੈਕਸਿਮਮ ਇੰਡੀਵਿਜੂਅਲ ਕੰਟਰੀਬਿਊਸ਼ਨ, ਯਾਨੀ ਇਹਦੇ ਵਿੱਚ ਇਸ ਸਿਧਾਂਤ ਦੀ ਵਰਤੋਂ ਕੀਤੀ ਜਾਂਦੀ ਹੈ। ਨਿਰਦੇਸ਼ਨ ਇੰਨਾ ਮਹੱਤਵਪੂਰਨ ਜਾਂ ਪ੍ਰਭਾਵਪੂਰਨ ਹੋਣਾ ਚਾਹੀਦਾ ਹੈ ਕਿ ਹਰ ਕਰਮਚਾਰੀ ਆਪਣੇ ਕਾਰਜਾਂ ਦੇ ਸੰਚਾਲਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਕਰ ਸਕੇ ਔਰ ਆਪਣੀ ਜਿਹੜੀ ਮੈਕਸਿਮਮ ਅਬਿਲਿਟੀ ਹੈ ਉਸ ਨੂੰ ਯੂਜ਼ ਕਰ ਸਕੇ। ਉਦੇਸ਼ਾਂ ਵਿੱਚ ਇਕਸਾਰਤਾ ਦਾ ਸਿਧਾਂਤ, ਯਾਨੀ ਪ੍ਰਿੰਸੀਪਲ ਆਫ ਯੂਨੀਫਾਰਮਿਟੀ ਇਨ ਆਬਜੈਕਟਿਵਸ, ਯਾਨੀ ਜਿੰਨੇ ਵੀ ਇਹਦੇ ਵਿੱਚ ਕਰਮਚਾਰੀ ਕੰਮ ਕਰ ਰਹੇ ਨੇ ਤਾਂ ਉਹ ਇਸ ਢੰਗ ਨਾਲ ਕੰਮ ਕਰਨ ਵੀ ਜਿਹੜਾ ਆਪਣਾ ਉਹ ਆਬਜੈਕਟਿਵ ਹੈ, ਯਾਨੀ ਹਰੇਕ ਦਾ ਜਿਹੜਾ ਨਿਸ਼ਾਨਾ ਹੈ ਉਹੀ ਹੋਵੇ। ਜਿਵੇਂ ਮੰਨ ਲਓ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਇੱਕ ਨਿਸ਼ਾਨਾ ਮਿੱਥ ਲਿਆ ਵੀ ਆਪਾਂ ਮੰਨ ਲਓ ਇੱਕ ਬੜੀ ਵੱਡੀ ਕਾਰਾਂ ਬਣਾਉਣ ਦੀ ਫੈਕਟਰੀ ਹੈ। ਮੰਨ ਲਓ ਆਪਾਂ ਨੂੰ ਨਿਰਦੇਸ਼ ਦੇ ਦਿੱਤਾ ਗਿਆ ਵੀ ਇਸ ਮਹੀਨੇ ਦੇ ਵਿੱਚ ਆਪਾਂ 500 ਕਾਰਾਂ ਦਾ ਨਿਰਮਾਣ ਕਰਨਾ ਹੈ, ਤਾਂ ਯਾਨੀ ਹਰ ਕਰਮਚਾਰੀ ਦੀ ਜਿਹੜੀ ਡਾਇਰੈਕਸ਼ਨ ਹੋਵੇ ਕੰਮ ਕਰਨ ਦੀ, ਉਹ ਹਰ ਕਰਮਚਾਰੀ ਇਸ ਤਰ੍ਹਾਂ ਨਾਲ ਕੰਮ ਕਰੇ ਕਿ ਆਪਣਾ ਜਿਹੜਾ ਉਦੇਸ਼ ਹੈ ਉਹ 500 ਕਾਰਾਂ ਪੂਰੀਆਂ ਤਿਆਰ ਕਰਨ ਦਾ, ਉਸ ਦੇ ਵੱਲ ਆਪਾਂ ਉਹਨੂੰ ਪੂਰਾ ਕਰ ਸਕੀਏ। ਯਾਨੀ ਉਸ ਉਦੇਸ਼ ਦੇ ਵੱਲ ਹੀ ਸਭ ਦਾ ਧਿਆਨ ਹੋਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦਾ ਉਹਨਾਂ ਨੂੰ ਨਿਰਦੇਸ਼ ਦਿੱਤੇ ਜਾਣ, ਇਸ ਤਰ੍ਹਾਂ ਉਹਨਾਂ ਤੋਂ ਕੰਮ ਕਰਵਾਇਆ ਜਾਵੇ ਕਿ ਆਪਾਂ ਉਸ ਉਦੇਸ਼ ਦੀ ਪ੍ਰਾਪਤੀ ਕਰ ਸਕੀਏ। ਇਹਨੂੰ ਕਹਿੰਦੇ ਆ ਯੂਨੀਫਾਰਮਿਟੀ ਇਨ ਦਾ ਆਬਜੈਕਟਿਵਸ,
यानी ये नहीं भी कोई कर्मचारी तो किधर ध्यान करे, कोई किधर ध्यान करे, तो आप ਜਿਹੜਾ ਆਪਣਾ ਉਦੇਸ਼ ਹੈ ਉਹਦੀ ਪ੍ਰਾਪਤੀ ਨਾ ਕਰ ਸਕੇ। ਆਦੇਸ਼ ਦੀ ਇਕਾਤਮਕਤਾ ਦਾ ਸਿਧਾਂਤ ਯਾਨੀ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ, ਯਾਨੀ ਇਹਦੇ ਵਿੱਚ ਕੀ ਹੈ, ਕਮਾਂਡ ਜਿਹੜੀ ਹੈ ਇੱਕ ਹੀ ਬੰਦੇ ਦੇ ਹੱਥ, ਜਿਵੇਂ ਮੰਨ ਲਓ ਇੱਕ ਫੈਕਟਰੀ ਦਾ ਇੱਕ ਮੇਨ ਮੈਨੇਜਰ ਹੈ, ਉਹਦੇ ਹੱਥ ਕਮਾਂਡ ਹੈ, ਹਰੇਕ ਬੰਦੇ ਦੀ ਸਲਾਹ ਨਹੀਂ ਚੱਲਣੀ ਚਾਹੀਦੀ, ਇੱਕ ਉੱਚ ਅਧਿਕਾਰੀ ਜਿਹੜਾ ਹੈ ਉਹਦੀ ਸਲਾਹ ਹੀ ਵੇਖੋ ਗੱਲਬਾਤ ਉਹ ਭਾਵੇਂ ਸਾਰਿਆਂ ਦੀ ਸੁਣੇ, ਪਰ ਅਖੀਰ ਤੇ ਫੈਸਲਾ ਉਹਦਾ ਹੀ ਹੋਵੇ, ਜੋ ਕਵੇ ਉਹਦੇ ਮੁਤਾਬਕ ਹੀ ਸਾਰਾ ਕੰਮ ਚੱਲੇ, ਤਾਂ ਛੋਟੇ ਮੋਟੇ ਝਗੜੇ ਨੇ ਉਹ ਵੀ ਖਤਮ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਬੜੇ ਵਧੀਆ ਢੰਗ ਨਾਲ ਕੰਮ ਹੁੰਦਾ ਹੈ। ਯਾਨੀ ਜੋ ਵੀ ਡਿਸੀਜਨ ਲਿਆ ਜਾਂਦਾ ਹੈ ਉਸ ਉੱਚ ਅਧਿਕਾਰੀ ਦੁਆਰਾ ਲਿਆ ਜਾਵੇ ਔਰ ਉਹਦੇ ਮੁਤਾਬਕ ਹੀ ਸਾਰਾ ਕੰਮ ਚੱਲੇ, ਤਾਂ ਆਪਾਂ ਆਪਣੇ ਉਦੇਸ਼ ਨੂੰ ਬੜੇ ਵਧੀਆ ਢੰਗ ਨਾਲ ਪ੍ਰਾਪਤ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਬੇਟੇ ਕਈ ਹੋਰ ਸਿਧਾਂਤ ਨੇ, ਜਿਵੇਂ ਪ੍ਰਿੰਸੀਪਲ ਆਫ ਯੂਨਿਟੀ ਆਫ ਡਾਇਰੈਕਸ਼ਨ। ਇਸ ਸਿਧਾਂਤ ਦੇ ਅਨੁਸਾਰ ਸੰਗਠਨ ਦੀਆਂ ਗਤੀਵਿਧੀਆਂ ਤੇ ਕਾਰਜਾਂ ਵਿੱਚ ਦਿਸ਼ਾ ਦੀ ਇਕਾਤਮਕਤਾ ਹੋਣੀ ਚਾਹੀਦੀ ਹੈ। ਕਿਸੇ ਵਿਸ਼ੇਸ਼ ਕਾਰਜ ਲਈ ਇੱਕ ਵਿਸ਼ੇਸ਼ ਯੋਜਨਾ ਤੇ ਉਸ ਯੋਜਨਾ ਨੂੰ ਸੰਚਾਲਿਤ ਕਰਨ ਦੀ ਜ਼ਿੰਮੇਵਾਰੀ ਕਿਸੇ ਉੱਚ ਅਧਿਕਾਰੀ ਦੀ ਹੀ ਹੋਣੀ ਚਾਹੀਦੀ ਹੈ। ਇਸ ਸਿਧਾਂਤ ਨੂੰ ਅਪਣਾ ਕੇ ਨਿਰਦੇਸ਼ਨ ਦੀ ਪ੍ਰਕਿਰਿਆ ਨੂੰ ਕੁਸ਼ਲ ਅਤੇ ਪ੍ਰਭਾਵਪੂਰਨ ਬਣਾਇਆ ਜਾ ਸਕਦਾ ਹੈ। ਯਾਨੀ ਜੋ ਕੰਮ ਦੀ ਇੱਕ ਦਿਸ਼ਾ ਦੇ ਦਿੱਤੀ ਗਈ ਉਹਦੇ ਮੁਤਾਬਕ ਹੀ ਸਾਰੇ ਜਣੇ ਕੰਮ ਕਰਨ, ਤਾਂ ਹੀ ਆਪਾਂ ਆਪਣੇ ਡਿਜ਼ਾਇਰਡ ਉਦੇਸ਼ ਦੀ ਪ੍ਰਾਪਤੀ ਕਰ ਸਕਦੇ ਹਾਂ। ਪ੍ਰਿੰਸੀਪਲ ਆਫ ਯੂਜ਼ ਆਫ ਅਪਰੋਪਰੀਏਟ ਟੈਕਨੀਕਸ, ਯਾਨੀ ਇਸ ਸਿਧਾਂਤ ਦੇ ਅੰਦਰ ਨਿਰਦੇਸ਼ਨ ਦੀ ਪ੍ਰਕਿਰਿਆ ਦੇ ਵਿੱਚ ਨੂੰ ਸਫਲ ਅਤੇ ਵਧੀਆ ਢੰਗ ਨਾਲ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਜਿਹੜੀਆਂ ਅਪਰੋਪਰੀਏਟ ਟੈਕਨੀਕਸ ਨੇ ਉਹਨਾਂ ਦਾ ਹੀ ਯੂਜ਼ ਕੀਤਾ ਜਾਣਾ ਚਾਹੀਦਾ ਹੈ। ਯਾਨੀ ਕੋਈ ਵੀ ਕੰਮ ਆਪਾਂ ਕਰ ਰਹੇ ਹਾਂ, ਜੋ ਉਹਦੀ ਉਚਿਤ ਜਾਂ ਅਪਰੋਪਰੀਏਟ ਟੈਕਨੀਕ ਬਣਦੀ ਉਹਦੇ ਮੁਤਾਬਕ ਹੀ ਕੰਮ ਕੀਤਾ ਜਾਵੇ, ਤਾਂ ਕਿ ਉਹ ਕੰਮ ਜਿਹੜਾ ਹੈ ਸੌਖਿਆ ਵੀ ਹੋਵੇ। ਯਾਨੀ ਅਲੱਗ-ਅਲੱਗ ਢੰਗਾਂ ਦੇ ਨਾਲ ਇੱਕ ਕੰਮ ਨੂੰ ਕੀਤਾ ਨਹੀਂ ਜਾਣਾ ਚਾਹੀਦਾ। ਮੰਨ ਲਓ ਆਪਾਂ ਕਾਰਾਂ ਦੇ ਟਾਇਰ ਹੀ ਲਗਾਏ ਜਾ ਰਹੇ, ਤਾਂ ਉਹ ਇੱਕ ਸਾਰਤਾ ਹੋਣੀ ਚਾਹੀਦੀ ਕੰਮਕਾਰ ਦੇ ਵਿੱਚ। ਯਾਨੀ ਜੋ ਵੀ ਟੈਕਨੀਕ ਉਹਦੇ ਵਾਸਤੇ ਵਰਤੀ ਜਾਂਦੀ ਹੈ ਉਸ ਟੈਕਨੀਕ ਦੇ ਮੁਤਾਬਕ ਹੀ ਉਹ ਕੰਮ ਕੀਤਾ ਜਾਣਾ ਚਾਹੀਦਾ ਹੈ। ਉਸ ਦੇ ਨਾਲ ਕੰਮ ਵਧੀਆ ਵੀ ਹੁੰਦਾ ਹੈ ਔਰ ਕੰਮ ਜਲਦੀ ਵੀ ਹੁੰਦਾ ਹੈ। ਇੱਕ ਹੈਗਾ ਪ੍ਰਿੰਸੀਪਲ ਆਫ ਡੈਮੋਕ੍ਰੈਟਿਕ ਮੈਨੇਜਮੈਂਟ। ਨਿਰਦੇਸ਼ਨ ਦੇ ਸਿਧਾਂਤ ਦੇ ਅਨੁਸਾਰ ਨਿਰਦੇਸ਼ਨ ਦੀ ਪ੍ਰਕਿਰਿਆ ਨੂੰ ਸਫਲ ਅਤੇ ਪ੍ਰਭਾਵੀ ਬਣਾਉਣ ਲਈ ਪ੍ਰਬੰਧਨ ਦੀ ਪ੍ਰਕਿਰਿਆ ਵਿੱਚ ਕਰਮਚਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਈ ਵਾਰੀ ਵੇਖੋ ਬੇਟੇ, ਜਿਹੜੇ ਵਿਅਕਤੀ ਕੰਮ ਕਰ ਰਹੇ ਹੁੰਦੇ ਹਨ ਉਹ ਵੀ ਬੜੇ ਸਿਆਣੇ ਹੁੰਦੇ ਹਨ, ਉਹਨਾਂ ਦੀਆਂ ਵੀ ਰਾਏ ਲਈਆਂ ਜਾਣੀਆਂ ਚਾਹੀਦੀਆਂ ਹਨ। ਕਈ ਵਾਰੀ ਕੋਈ ਕੰਮ ਮੈਨੇਜਮੈਂਟ ਦੁਆਰਾ ਸਹੀ ਨਹੀਂ ਕੀਤਾ ਜਾ ਰਿਹਾ ਹੁੰਦਾ, ਤਾਂ ਥੱਲੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਵੀ ਰਾਏ ਲਈ ਜਾਣੀ ਚਾਹੀਦੀ ਹੈ ਔਰ ਉਹਨਾਂ ਨੂੰ ਉਹਨਾਂ ਦੇ ਵਿਚਾਰਾਂ ਨੂੰ ਬਣਦਾ ਸਨਮਾਨ ਵੀ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਕਰਮਚਾਰੀ ਮੋਟੀਵੇਟ ਵੀ ਹੁੰਦੇ ਹਨ ਔਰ ਜਿਹੜੀ ਉਹਨਾਂ ਦੀ ਵਧੀਆ ਸਲਾਹ ਹੈ ਉਹਨੂੰ ਮੰਨਿਆ ਵੀ ਜਾਣਾ ਚਾਹੀਦਾ ਹੈ। ਇਸ ਦੇ ਨਾਲ ਕੰਮ ਹੋਰ ਵੀ ਜ਼ਿਆਦਾ ਵਧੀਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ। ਤਾਂ ਇਹ ਬੇਟੇ ਕੁਝ ਸਿਧਾਂਤ ਸੀਗੇ। ਹੁਣ ਅੱਗੇ ਆ ਗਈ ਇੰਪੋਰਟੈਂਸ ਕੀ ਹੈ, ਇੰਪੋਰਟੈਂਸ ਆਫ ਡਾਇਰੈਕਸ਼ਨ, ਯਾਨੀ ਕਿਉਂ ਮਹੱਤਵਪੂਰਨ ਹੈ, ਡਾਇਰੈਕਸ਼ਨ ਦੇਣਾ ਕਿਉਂ ਮਹੱਤਵਪੂਰਨ ਹੈ। ਪਹਿਲੇ ਤਾਂ ਆਪਾਂ ਵੇਖੋ ਕਾਰਜ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਡਾਇਰੈਕਸ਼ਨ ਜਿਹੜੀ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਸਾਰੇ ਕਾਰਜਾਂ ਦੀ ਸ਼ੁਰੂਆਤ ਹੀ ਇਸ ਤੋਂ ਹੁੰਦੀ ਹੈ। ਉਸ ਤੋਂ ਬਾਅਦ ਇਸ ਦੇ ਨਾਲ ਹਰ ਵਿਅਕਤੀ ਜਿਹੜੀ ਨੈਕਸਟ ਜਿਹੜਾ ਪੁਆਇੰਟ ਹੈ, ਵਿਅਕਤੀਗਤ ਯਤਨਾਂ ਦਾ ਏਕੀਕਰਨ ਹੋ ਜਾਂਦਾ। ਯਾਨੀ ਕੋਈ ਵੀ ਕੰਮ ਹੋ ਰਿਹਾ ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ, ਤਾਂ ਉਹਦੇ ਵਿੱਚ ਇੱਕ ਇਕਸਾਰਤਾ ਆ ਜਾਂਦੀ ਹੈ। ਯਾਨੀ ਇਹ ਸਾਰੇ ਕਰਮਚਾਰੀ ਕਿਸੇ ਵੀ ਕੰਮ ਨੂੰ ਮੰਨ ਲਓ ਕਰ ਰਹੇ ਹਨ, ਮੰਨ ਲਓ ਪ੍ਰੋਡਕਸ਼ਨ ਦੇ ਕੰਮ 'ਚ ਲੱਗੇ ਹਨ, ਤਾਂ ਇੱਕ ਮੈਥਡ ਜਿਹੜਾ ਬਣ ਗਿਆ ਉਹਦੇ ਨਾਲ ਇੱਕ ਯੂਨੀਫਾਰਮਿਟੀ ਬਣ ਜਾਂਦੀ ਹੈ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਨਿਰਮਾਣ ਵੀ ਇਕਸਾਰ ਹੀ ਹੁੰਦਾ ਹੈ। ਆਪਾਂ ਦੇਖੋ ਕਾਰਾਂ ਵੇਖਦੇ ਹਾਂ ਤਾਂ ਸਾਰੀਆਂ ਕਾਰਾਂ ਜਿਹੜੀਆਂ ਨੇ ਉਹ ਬਿਲਕੁਲ ਐਕੂਰੇਟ ਔਰ ਇਕਸਾਰ ਕੰਮ ਹੁੰਦਾ ਹੈ ਉਹਨਾਂ ਦਾ, ਯਾਨੀ ਕੋਈ ਵੀ ਕਮੀ ਆਪਾਂ ਨੂੰ ਨਜ਼ਰ ਨਹੀਂ ਆਉਂਦੀ। ਉਹ ਕਿਉਂ? ਕਿਉਂਕਿ ਇੱਕ ਰੂਲ ਬਣਾਇਆ ਹੁੰਦਾ ਵੀ ਸਾਰੇ ਜਣੇ ਨੇ ਇੱਕ ਢੰਗ ਨਾਲ ਹੀ ਕੰਮ ਕਰਨਾ ਔਰ ਇਕਸਾਰ ਹੀ ਕੰਮ ਕਰਨਾ। ਇੱਕ ਮਾਡਲ ਬਣਾ ਕੇ ਦੇ ਦਿੱਤਾ ਜਾਂਦਾ ਵੀ ਇਹਦੇ ਅਕੋਰਡਿੰਗ ਹੀ ਬਾਕੀ ਸਾਰਾ ਕੰਮ ਕੀਤਾ ਜਾਣਾ ਚਾਹੀਦਾ ਹੈ। ਪ੍ਰੇਰਨਾ ਦਾ ਸਰੋਤ ਹੈ ਕਿਸੇ ਵੀ ਸੰਗਠਨ ਵਿੱਚ, ਸੋਰਸ ਆਫ ਮੋਟੀਵੇਸ਼ਨ ਹੁੰਦੀ ਹੈ ਨਿਰਦੇਸ਼ਨ। ਆਪਣੇ ਕਰਮਚਾਰੀਆਂ ਨੂੰ ਉਹਨਾਂ ਦੀ ਐਬਿਲਿਟੀ ਨੂੰ ਬੈਸਟ ਯੂਜ਼ ਕਰਨ ਲਈ
ਪ੍ਰੇਰਿਤ ਕੀਤਾ ਜਾਂਦਾ ਹੈ। ਪਰਿਵਰਤਨ ਲਿਆਉਣ ਵਿੱਚ ਸਹਾਇਕ, ਹੈਲਪਫੁਲ ਇਨ ਫੈਸਿਲਿਟੇਟਿੰਗ ਚੇਂਜ। ਹਰ ਸੰਗਠਨ ਨੂੰ, ਹਰ ਆਰਗੇਨਾਈਜੇਸ਼ਨ ਨੂੰ ਸਮੇਂ-ਸਮੇਂ ਤੇ ਸਥਿਤੀਆਂ ਦੇ ਅਨੁਸਾਰ ਪਰਿਵਰਤਨ ਕਰਨੇ ਪੈਂਦੇ ਹਨ। ਤਾਂ ਕਰਮਚਾਰੀਆਂ ਦੁਆਰਾ ਅਕਸਰ ਅਜਿਹੇ ਪਰਿਵਰਤਨਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਨਿਰਦੇਸ਼ਨ ਦੀ ਪ੍ਰਕਿਰਿਆ ਦੇ ਅੰਤਰਗਤ ਸਲਾਹ, ਪ੍ਰੇਰਨਾ, ਅਗਵਾਈ, ਸੰਚਾਰ ਅਤੇ ਵਿਚਾਰ ਵਟਾਂਦਰਾ, ਵਿਚਾਰ ਚਰਚਾ ਰਾਹੀਂ ਮਦਦ ਨਾਲ ਪਰਿਵਰਤਨ ਪ੍ਰਤੀ ਵਿਰੋਧ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਿਰਦੇਸ਼ਨ ਦੀ ਪ੍ਰਕਿਰਿਆ ਦੇ ਨਾਲ ਪਰਿਵਰਤਨਾਂ ਦੀ ਪ੍ਰਕਿਰਿਆ ਨੂੰ ਵੀ ਹੋਰ ਸੁਖਾਲਾ ਬਣਾਉਂਦੀ ਹੈ। ਜਿਵੇਂ ਹੁਣ ਆਪਾਂ ਆਪਦੀ ਐਗਜ਼ਾਮਪਲ ਹੀ ਲੈ ਲਈਏ ਤਾਂ ਕਈ ਤਰ੍ਹਾਂ ਦੇ ਵੇਖੋ, ਆਪਾਂ ਨੂੰ ਆਪਣੀ ਜਿਵੇਂ ਸਟੱਡੀ ਦੇ ਵਿੱਚ ਬੜੇ ਤਰ੍ਹਾਂ ਦੇ ਪਰਿਵਰਤਨ ਕਰਨੇ ਪਏ। ਪਹਿਲਾਂ ਪੜ੍ਹਾਈ ਦਾ ਢੰਗ ਹੋਰ ਸੀ, ਹੁਣ ਪੜ੍ਹਾਈ ਦਾ ਢੰਗ ਹੋਰ ਹੈ। ਤਾਂ ਜਿਹੜੀ ਟੌਪ ਲੈਵਲ ਦੀ ਜਿਵੇਂ ਮੈਨੇਜਮੈਂਟ ਹੈ ਸਕੂਲਾਂ ਦੀ, ਉਹਨਾਂ ਦੇ ਵਿੱਚ ਕਰਮਚਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਿਹੜੀਆਂ ਵਿਧੀਆਂ ਅਪਣਾਈਆਂ ਗਈਆਂ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਤਾਂ ਇਸ ਤਰ੍ਹਾਂ ਦੇ ਬੇਟੇ ਜਿਹੜਾ ਨਿਰਦੇਸ਼ਨ ਹੈ ਇਹਦੇ ਵਿੱਚ ਪਰਿਵਰਤਨ ਲਿਆਉਣ ਦੇ ਵਿੱਚ ਵੀ ਇਹ ਸਹਾਇਕ ਹੁੰਦਾ ਹੈ। ਯਾਨੀ ਲੋੜ ਪੈਣ 'ਤੇ ਜਦੋਂ ਚੇਂਜਿਸ ਕਰਨੀਆਂ ਪੈਂਦੀਆਂ ਹਨ ਤਾਂ ਇੱਕ ਦੂਜੇ ਦੇ ਨਾਲ ਸਲਾਹ ਮਸ਼ਵਰਾ, ਰਾਏ ਮਸ਼ਵਰਾ ਕਰਕੇ ਆਪਾਂ ਸੰਗਠਨ ਦੇ ਵਿੱਚ ਪਰਿਵਰਤਨ ਲਿਆ ਸਕਦੇ ਹਾਂ, ਕੰਮਕਾਰ ਦੀ ਸਥਿਤੀ ਨੂੰ ਸੁਧਾਰ ਕਰ ਸਕਦੇ ਹਾਂ। ਸੰਗਠਨ ਵਿੱਚ ਸਥਿਰਤਾ ਅਤੇ ਸੰਤੁਲਨ ਬਣਾਉਣ ਲਈ ਨਿਰਦੇਸ਼ਨ ਦੀ ਪ੍ਰਕਿਰਿਆ, ਸਟੇਬਿਲਿਟੀ ਐਂਡ ਬੈਲੈਂਸ ਇਨ ਦਾ ਆਰਗੇਨਾਈਜੇਸ਼ਨ, ਇਟ ਪ੍ਰਮੋਟਸ ਦਾ ਸਟੇਬਿਲਿਟੀ ਐਂਡ ਬੈਲੈਂਸ, ਯਾਨੀ ਕੰਮਕਾਰ ਦੇ ਵਿੱਚ ਸਥਿਰਤਾ ਲਿਆਉਣ ਵਿੱਚ ਅਤੇ ਬੈਲੈਂਸ ਬਣਾਉਣ ਦੇ ਵਿੱਚ, ਯਾਨੀ ਕਰਮਚਾਰੀਆਂ ਦਾ ਆਪਸੀ ਸਹਿਯੋਗ, ਤਾਲਮੇਲ, ਕੋਆਰਡੀਨੇਸ਼ਨ, ਕੰਟਰੋਲ ਬਣਾਉਣ ਦੇ ਵਿੱਚ ਬੜੀ ਹੀ ਮਦਦ ਇਸ ਦੇ ਵਿੱਚ ਮਿਲਦੀ ਹੈ। ਕੁਸ਼ਲਤਾ ਦੇ ਵਿੱਚ ਸੁਧਾਰ ਹੁੰਦਾ ਹੈ। ਡਾਇਰੈਕਸ਼ਨ ਦੇ ਨਾਲ, ਲੀਡਰਸ਼ਿਪ ਦੇ ਨਾਲ, ਸੁਪਰਵਿਜ਼ਨ ਦੇ ਨਾਲ, ਪ੍ਰੇਰਨਾ ਦੇ ਨਾਲ ਔਰ ਬਿਹਤਰ ਕਮਿਊਨੀਕੇਸ਼ਨ ਦੇ ਨਾਲ ਜਿਹੜੇ ਨਿਰਦੇਸ਼ ਦਿੱਤੇ ਜਾਂਦੇ ਹਨ ਉਹਨਾਂ ਦੇ ਨਾਲ ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਦੇ ਵਿੱਚ ਸੁਧਾਰ ਹੁੰਦਾ ਹੈ। ਸੰਗਠਨਾਤਮਕ ਉਦੇਸ਼ਾਂ ਦੀ ਪ੍ਰਾਪਤੀ ਦੇ ਵਿੱਚ ਡਾਇਰੈਕਸ਼ਨ ਜਿਹੜੀ ਹੈ, ਡਾਇਰੈਕਟਿੰਗ ਜਿਹੜੀ ਹੈ ਉਹ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਔਰ ਉਦੇਸ਼ਾਂ ਦੀ ਪ੍ਰਾਪਤੀ ਲਈ ਇਸ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਇਟ ਇੰਪਰੂਵਸ ਕੋਆਰਡੀਨੇਸ਼ਨ ਐਂਡ ਕੋਆਪਰੇਸ਼ਨ। ਇਸ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਵਿੱਚ ਕੋਆਰਡੀਨੇਸ਼ਨ ਯਾਨੀ ਇੱਕ ਦੂਜੇ ਦੇ ਨਾਲ ਸਹਿਯੋਗ ਦੀ ਭਾਵਨਾ ਵੱਧਦੀ ਹੈ, ਤਾਲਮੇਲ ਵੱਧਦਾ ਹੈ ਅਤੇ ਉਹ ਆਪਣੇ ਕੰਮ ਨੂੰ ਹੋਰ ਜ਼ਿਆਦਾ ਬਿਹਤਰ ਢੰਗ ਨਾਲ ਕਰ ਸਕਦੇ ਹਨ। ਬੇਟੇ ਅੱਗੇ ਇਹਦੇ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਇਹਦੇ 4 ਮੇਨ ਐਲੀਮੈਂਟਸ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਅੱਗੇ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਵੀ ਕਰਾਂਗੇ ਡਿਟੇਲ ਦੇ ਵਿੱਚ। ਇੱਥੋਂ ਤੱਕ ਇਸ ਦੇ ਵਿੱਚ ਕਰਦੇ ਹਾਂ ਔਰ ਅੱਗੇ ਜਿਹੜੇ 4 ਤੱਤ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਨਿਰਦੇਸ਼ਨ ਦੇ ਜਿਹੜੇ 4 ਐਲੀਮੈਂਟਸ ਹੁੰਦੇ ਹਨ, ਸਭ ਤੋਂ ਪਹਿਲਾ ਐਲੀਮੈਂਟ ਹੈ ਨਿਰੀਖਣ, ਜਿਹਨੂੰ ਆਪਾਂ ਕਹਿੰਦੇ ਹਾਂ ਸੁਪਰਵਿਜ਼ਨ, ਤੇ ਉਸ ਤੋਂ ਬਾਅਦ ਹੈ ਪ੍ਰੇਰਨਾ, ਯਾਨੀ ਡਾਇਰੈਕਸ਼ਨ ਕਿਵੇਂ ਕੀਤੀ ਜਾਂਦੀ ਹੈ, ਇਹਦੇ ਵਿੱਚ ਕਿਹੜੇ ਕਿਹੜੇ ਤੱਤਾਂ ਦਾ ਯੂਜ਼ ਕੀਤਾ ਜਾਂਦਾ ਹੈ, ਐਲੀਮੈਂਟਸ ਕਿਹੜੇ ਯੂਜ਼ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾ ਸੀਗਾ ਨਿਰੀਖਣ ਜਾਂ ਸੁਪਰਵਿਜ਼ਨ, ਨੈਕਸਟ ਹੈ ਪ੍ਰੇਰਨਾ ਜਿਹਨੂੰ ਆਪਾਂ ਕਹਿੰਦੇ ਹਾਂ ਮੋਟੀਵੇਸ਼ਨ, ਔਰ ਤੀਜਾ ਪੁਆਇੰਟ ਹੈ ਅਗਵਾਈ ਯਾਨੀ ਲੀਡਰਸ਼ਿਪ, ਔਰ ਚੌਥਾ ਪੁਆਇੰਟ ਹੈ ਸੰਚਾਰ ਯਾਨੀ ਕਮਿਊਨੀਕੇਸ਼ਨ। ਇਹਨਾਂ ਦੇ ਬਾਰੇ ਆਪਾਂ ਨੈਕਸਟ ਜਿਹੜਾ ਆਪਣਾ ਹੋਏਗਾ ਲੈਕਚਰ ਉਹਦੇ ਵਿੱਚ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਤਾਂ ਹੁਣ ਤੁਸੀਂ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਔਰ ਇਸ ਦੇ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ ਹੈ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।